दाता गुरु अंगद देव जी महाराज जी लगभग 12 साल 9 महीने अते ਅੱਜ ਕਿਦੋਂ ਦੀਆਂ ਜਲੇਬੀਆਂ ਲੰਗਰ ਤਿਆਰ ਸ਼ੁਰੂ ਹੋਇਆ ਜੀ? ਜਲੇਬੀਆਂ 10:30 ਵਜੇ ਦਾ ਲੰਗਰ ਚਾਲੂ ਕੀਤਾ ਜੀ। ਅੱਛਾ, ਕਿੰਨੇ ਵਜੇ ਤੱਕ ਚੱਲੂਗਾ? ਇਹ ਸ਼ਾਮ 5 ਵਜੇ ਤੱਕ ਚੱਲੂਗਾ। ਠੀਕ ਹੈ ਜੀ। ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਨੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦੇ ਮੌਕੇ ਤੇ। ਸੰਗਤਾਂ ਦੇ ਟੁੱਟ ਲੰਗਰ ਵਰਤਾਇਆ ਜਾ ਰਿਹਾ। ਭਲਵਾਨ ਜੀ, ਸਿੱਖ ਵਿਰਾਸਤ ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ। ਕਿਹੜੇ ਸ਼ਹਿਰੋਂ ਆਏ ਤੁਸੀਂ? ਆਪਾਂ ਬਟਾਲੇ ਤੋਂ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਸ਼ੌਂਕੀ ਹੈ ਜੀ, ਸੁਖਵਿੰਦਰ ਸਿੰਘ। ਤੇ ਅੱਜ ਤੁਸੀਂ ਮਲ ਖੜਾ ਗੁਰਦੁਆਰੇ 'ਚ ਆਏ ਜੇ, ਇਹਦੇ ਇਤਿਹਾਸ ਬਾਰੇ ਜਾਣੂ ਜੇ? ਇਹ ਗੁਰੂ ਅੰਗਦ ਦੇਵ ਮਹਾਰਾਜ ਨੇ ਇੱਥੇ ਕੁਸ਼ਤੀਆਂ ਕਰਾਉਂਦੇ ਰਹੇ ਹੈ ਜੀ, ਔਰ ਇਸ ਮਲ ਅਖਾੜੇ ਦੀ ਰਚਨਾ ਉਹਨਾਂ ਨੇ ਕੀਤੀ ਸੀ। ਸਾਡੇ ਸਿੱਖ ਇਤਿਹਾਸ ਦੇ ਦੂਸਰੇ ਗੁਰੂ ਸਾਹਿਬਾਨ ਹੋਏ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ। ਠੀਕ ਹੈ। ਇਹ ਅਖਾੜੇ ਦਾ ਇਤਿਹਾਸ ਉਹਨਾਂ ਨਾਲ ਰਿਲੇਟਡ, ਉਹਨਾਂ ਨਾਲ ਸਾਂਝ ਰੱਖਦਾ। ਠੀਕ ਹੈ ਜੀ। ਤੁਸੀਂ ਭਾਈ? ਮੈਂ ਹੀ ਸਾਬਾ ਭਵਾਨ ਹੈ, ਜੰਡਿਆਲੇ ਗੁਰੂ ਤੋਂ ਜੀ। ਠੀਕ ਹੈ ਜੀ। ਤੇ ਅੱਜ ਤੁਸੀਂ ਭਲਵਾਨ ਲੈ ਕੇ ਆਏ ਜੇ ਖੁਦ ਕੁਸ਼ਤੀ ਕਰਨੀ? ਮੈਂ ਜੀ ਕਮੈਂਟਰੀ ਕਰਦਾ ਤੇ ਨਾਲੇ ਮੈਂ ਪਹਿਲਵਾਨ ਵੀ ਲੈ ਕੇ ਆਇਆ ਹਾਂ। ਅੱਛਾ। ਤੇ ਜਿਹੜੀ ਪਹਿਲਵਾਨੀ ਦੀ ਸ਼ੁਰੂਆਤ ਹੈ ਨਾ ਜੀ ਸਿੱਖ ਕੌਮ ਦੇ ਵਿੱਚ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ ਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਕੀਤਾ ਆ। ਇੱਕ ਪਹਿਲਵਾਨ ਹੋਇਆ ਖੁਸ਼ੀ ਵਸੇ ਮਸਕੀਨੀਆਂ, ਆਪ ਨਵਾਰ ਤਲੇ ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ। ਮਸਕੀਨੀਆਂ ਪਹਿਲਵਾਨ ਹੋਇਆ। ਸੋ ਸ਼੍ਰੀ ਗੁਰੂ ਅੰਗਦ ਦੇਵ ਜੀ ਦੂਜੀ ਪਾਤਸ਼ਾਹੀ ਜੀ ਨੇ ਇੱਥੇ ਰਸਮਾਂ ਕੀਤੀਆਂ ਨੇ ਤੇ ਪਹਿਲਵਾਨੀ ਦੀ ਸ਼ੁਰੂਆਤ ਕੀਤੀ ਆ। ਤੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਪਹਿਲਵਾਨੀ ਕੀਤੀ ਆ, ਬਹੁਤ ਵੱਡੇ ਪਹਿਲਵਾਨ ਹੋਏ ਆ। ਤੇ ਉਹਨਾਂ ਦੀ ਜਿਹੜੀ ਅੱਜ ਪੀੜ੍ਹੀ ਚੱਲ ਰਹੀ ਹੈ, ਸਾਰੇ ਗੱਭਰੂ ਆ। ਜਦ ਮੈਂ ਪਹਿਲਵਾਨਾਂ ਦੀ ਗੱਲ ਕਰਾਂ ਤੇ ਗਿਣਤੀ ਕਰਨੀ ਬੜੀ ਮੁਸ਼ਕਿਲ ਆ, ਬਹੁਤ ਜ਼ਿਆਦਾ ਪਹਿਲਵਾਨੀ ਆ। ਤੇ ਸੋ ਮੈਂ ਧੰਨਵਾਦ ਹਾਂ ਤੁਹਾਡੇ ਚੈਨਲ ਦਾ। ਥੈਂਕ ਯੂ ਜੀ। ਹਾਂਜੀ ਭਲਵਾਨ ਜੀ। ਹਾਂਜੀ ਭਲਵਾਨ ਜੀ, ਕਿੱਥੋਂ ਆਏ ਤੁਸੀਂ? ਆਪਣਾ ਖਵਾਸਪੁਰ ਪਿੰਡ ਹੈ। ਅੱਛਾ ਜੀ। ਤੇ ਅੱਜ ਦੇ ਇਤਿਹਾਸ ਬਾਰੇ ਜਾਣੂਗੇ? ਹਾਂਜੀ, ਇਹ ਸ਼੍ਰੀ ਅੰਗਦ ਦੇਵ ਪਾਤਸ਼ਾਹ ਦੀ ਚਲਾਈ ਹੋਈ ਪਰੰਪਰਾ। ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਆਪ ਜੋ ਪਹਿਲਵਾਨੀ ਕਰਦੇ ਰਹੇ, ਉਹਨਾਂ ਦਾ ਇਹ ਮਲ ਅਖਾੜਾ ਸਾਹਿਬ ਅੱਜ ਵੀ ਉਹਨਾਂ ਦੀ ਚਲਾਈ ਹੋਈ ਪਰੰਪਰਾ ਨੂੰ ਜਾਗਰੂਕ ਰੱਖਿਆ ਗਿਆ ਵਾ। ਤੇ ਅੱਜ ਵੀ ਇੱਥੇ ਮੱਲਾਂ ਦੇ ਜਿਹੜੇ ਘੋੜ, ਅੱਜ ਕਿੰਨੇ ਕੁ ਪਹਿਲਵਾਨ ਇੱਥੇ ਆਏ ਆ? ਅੱਜ ਮੱਲਾਂ ਦੀ ਕੋਈ ਗਿਣਤੀ ਨਹੀਂ। ਅੱਜ ਬਹੁਤ ਦੂਰ ਦੂਰ ਤੋਂ ਪਹਿਲਵਾਨ ਪਹੁੰਚ ਰਹੇ ਜੀ। ਅੱਜ ਪਹਿਲਵਾਨਾਂ ਦੀ ਬਹੁਤ ਵੱਡੀ ਤਾਦਾਦ ਲੱਗੀ ਹੋਈ ਆ। ਤੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਜੋ
ਕਿਰਾਏ ਪਈ ਆ, ਨਸ਼ਿਆਂ ਦੇ ਲੱਤ ਲੱਗੀ ਹੈ, ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਨੌਜਵਾਨ ਪੀੜ੍ਹੀ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਨੂੰ ਛੱਡੋ, ਜਿਮ ਜੁਆਇਨ ਕਰੋ। ਚਲੋ ਪਹਿਲਾਂ ਲੋਕ ਜਿਮ ਨਹੀਂ ਕਰਦੇ, ਅੱਜ ਲੋਕ ਜਿਮ ਦਾ ਵੀ ਜੋ ਚਲੋ ਜੇ ਕਿਸੇ ਨੇ ਪਹਿਲਵਾਨੀ ਨਹੀਂ ਕਰਨੀ, ਪਹਿਲਾ ਨੰਬਰ ਤੋਂ ਪਹਿਲਵਾਨੀ ਕਰੋ। ਕੋਈ ਵੀ ਸਪੋਰਟਸ ਜਿਹੜਾ ਉਹ ਜੁਆਇਨ ਕਰੋ, ਚਾਹੇ ਕੋਈ ਕਬੱਡੀ ਖੇਡੇ, ਚਾਹੇ ਕੋਈ ਹਾਕੀ, ਗੇਮ ਕੋਈ ਵੀ ਮਾੜੀ ਨਹੀਂ ਆ। ਪਹਿਲਵਾਨੀ ਨਹੀਂ ਵੀ ਕਰਨੀ, ਫਿਰ ਵੀ ਆਪਣੀ ਜਿਹੜੀ ਮਿਹਨਤ ਕਰਨੀ ਚਾਹੀਦੀ ਆ। ਨਸ਼ਿਆਂ ਦਾ ਖਹਿੜਾ ਛੱਡ ਕੇ ਜੋ ਆਪਣਾ ਪੰਜਾਬ ਆ, ਪੰਜਾਬ ਦੀਆਂ ਜਵਾਨੀਆਂ, ਉਹਨਾਂ ਨੂੰ ਬਚਾਉਣਾ ਚਾਹੀਦਾ। ਧੰਨਵਾਦ। ਤੁਸੀਂ ਕਹਿਣਾ ਚਾਹੁੰਦੇ ਜੀ ਨੌਜਵਾਨ ਪੀੜ੍ਹੀ ਨੂੰ? ਮੈਂ ਤਾਂ ਇਹੋ ਕਹਿਣਾ ਚਾਹੁੰਦਾ ਜੀ, ਜਿੰਨੇ ਵੀ ਆਪਣੇ ਪਿੰਡ ਦੇ ਜਾਂ ਸ਼ਹਿਰ ਦੇ ਪੱਧਰ ਤੇ ਲਾਗੇ ਜਿੰਨੇ ਵੀ ਮੁੰਡੇ ਕੋਈ ਸਪੋਰਟ ਦਾ ਕੰਮ ਕਰਦੇ ਨੇ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਆਪਣੇ ਮਤਲਬ ਕਲੱਬ ਖੋਲ੍ਹਣੇ ਚਾਹੀਦੇ ਨੇ, ਉਹਨੂੰ ਗ੍ਰਾਂਟ ਮਿਲਣੀ ਚਾਹੀਦੀ। ਬੱਚਿਆਂ ਨੂੰ, ਗਰੀਬ ਪਰਿਵਾਰ ਦੇ ਵਿੱਚੋਂ ਕਈ ਬੱਚੇ ਭਲਵਾਨੀ ਕਰਦੇ, ਉਹਨਾਂ ਦੀ ਮਦਦ ਕੀਤੀ ਜਾਵੇ। ਸਰਕਾਰਾਂ ਕੁਛ ਨਹੀਂ ਕਰ ਰਹੀਆਂ, ਸਰਕਾਰਾਂ ਨੂੰ ਇਹੋ ਚਾਹੀਦਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਤੇ ਵੱਧ ਤੋਂ ਵੱਧ ਇਹਨਾਂ ਨੂੰ ਹਿੱਸਾ। ਤੁਹਾਡੇ ਐਮਐਲਏ ਸਾਹਿਬ ਕਿਹੜੇ? ਸਾਡੇ ਐਮਐਲਏ ਸਾਹਿਬ ਡੀਸੀ ਸਾਹਿਬ ਹੈ ਜੀ, ਹਾਂਜੀ, ਡਿਪਟੀ ਸਾਹਿਬ ਤਰਸੇਮ ਸਿੰਘ ਡੀਸੀ, ਅਟਾਰੀ ਹਲਕੇ ਤੋਂ, ਅੰਮ੍ਰਿਤਸਰ ਤੋਂ ਜੀ। ਅਟਾਰੀ ਹਲਕੇ। ਕੀ ਮੰਗ ਕਰਦੇ ਤੁਸੀਂ ਉਹਨਾਂ ਕੋਲ ਸਪੋਰਟਸ ਵਾਸਤੇ? ਮੈਂ ਮੰਗ ਕੀ ਕਰਨੀ ਜਨਾਬ, ਸਾਰੇ ਬੰਨੇ ਵੇਖ ਲਓ ਕੀ ਹਾਲ ਹੈ, ਨਸ਼ੇ ਦਾ ਸ਼ਿਵਾ ਦਰਿਆ ਚੱਲਿਆ ਪਿਆ, ਕੋਈ ਹਾਲ ਨਹੀਂ ਹੈ। ਨਹੀਂ, ਮੰਗ ਕਰਨੀ ਚਾਹੀਦੀ ਹੈ ਵੀ ਸਪੋਰਟਸ ਵਾਸਤੇ ਕੀ ਉਪਰਾਲੇ ਕਰਨੇ ਚਾਹੀਦੇ ਆ ਸਰਕਾਰ ਮੈਂ ਨਾ ਵੀ ਪਿੰਡਾਂ ਥਾਵਾਂ ਦੇ ਵਿੱਚ ਜਿੱਦਾਂ ਆਪਣੇ ਤੁਹਾਨੂੰ ਦੱਸਿਆ ਵੀ ਕਲੱਬ ਖੁੱਲ੍ਹਣੇ ਚਾਹੀਦੇ ਆ, ਖਾੜੇ ਰਜਿਸਟਰੀ ਹੋਣ, ਬੱਚਿਆਂ ਨੂੰ ਖੁਰਾਕਾਂ ਮਿਲਣ, ਬੱਚਿਆਂ ਨੂੰ ਮੈਟ ਮੁਹੱਈਆ ਕਰਾ ਕੇ ਦਿੱਤੇ ਜਾਣ। ਕਈ ਬੱਚਿਆਂ ਦੇ ਪਿੰਡ ਦੂਰ ਹੋਣ ਕਰਕੇ ਸ਼ਹਿਰ ਦੇ ਵਿੱਚ ਨਹੀਂ ਆਇਆ ਜਾਂਦਾ। ਹਰੇਕ ਪਿੰਡ ਦੇ ਵਿੱਚ ਲਾਗੇ ਜਿੱਦਾਂ 2-4 ਪਿੰਡ ਲਾਗੇ ਕਸਬਾ ਬਣਾ ਕੇ ਉਹਨਾਂ ਦੀ ਖੁਰਾਕ ਮੁਹੱਈਆ ਵੀ ਦਿੱਤੀ ਜਾਵੇ ਤੇ ਉਹਨਾਂ ਦੀ ਕੋਈ ਕੋਚ ਵਗੈਰਾ ਜਾਂ ਕੋਈ ਪੁਰਾਣਾ ਭਲਵਾਨ ਉਹਨਾਂ ਦੀ ਮਦਦ ਕੀਤੀ ਜਾਵੇ। ਧੰਨਵਾਦ। ਧੰਨਵਾਦ। ਚਲੋ ਮੇਰੇ ਆਇਓ। ਜਨਮ ਮਰਨ ਦੋਨੋਂ ਮੇਂ ਨਾ ਹੀ ਜਨ ਪਰਉਪਕਾਰੀ ਆਏ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਜੋਤੀ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ, ਜਿੱਥੇ ਕਿ ਮੱਲ ਅਖਾੜਾ ਗੁਰਦੁਆਰੇ ਦੇ ਇਤਿਹਾਸ ਬਾਰੇ ਅਸੀਂ ਇੱਥੋਂ ਦੇ ਸਿੰਘ ਸਾਹਿਬ ਤੋਂ ਵਿਚਾਰ ਸੁਣਾਂਗੇ ਤੇ ਬਾਕੀ ਜੋ ਇਸ ਇਤਿਹਾਸ ਦੀ ਹਿਸਟਰੀ ਆ ਉਸ ਬਾਰੇ ਸੰਗਤਾਂ ਨੂੰ ਜਾਣੂ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਹਿਗੁਰੂ ਜੋ ਅੰਗਦ ਦੇਵ ਜੀ ਮਹਾਰਾਜ ਦਾ ਜੋਤੀ ਮਨਾਇਆ ਜਾ ਰਿਹਾ ਹੈ, ਪੰਜਾਬ ਦੀਆਂ ਸੰਗਤਾਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਦੇ ਇਤਿਹਾਸ ਬਾਰੇ ਜਾਣੂ ਕਰਾਉਣਗੇ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜੇ ਜੀਵਨ ਦੀ ਅਸੀਂ ਗੱਲ ਕਰਦੇ ਹਾਂ ਤੇ ਲਗਭਗ 48 ਸਾਲ ਦਾ ਸਮਾਂ ਉਹ ਸੰਸਾਰ ਦੇ ਵਿੱਚ ਸ਼ਰੀਕ ਕਰਕੇ ਗੁਰੂ ਨਾਨਕ ਜੋਤ ਦੇ ਵਾਰਸ ਬਣ ਕੇ ਦਿੱਤੇ ਤੇ 28 ਸਾਲ ਉਹਨਾਂ ਦੀ ਜ਼ਿੰਦਗੀ ਦੇ ਉਹ ਆ ਜਿਹੜੇ ਇੱਕ ਕਿਰਤੀ ਤੇ ਗ੍ਰਸਤੀ ਦੇ ਰੂਪ ਦੇ ਵਿੱਚ ਆ। 7 ਸਾਲ ਉਹਨਾਂ ਦੀ ਜ਼ਿੰਦਗੀ ਦੇ ਉਹ ਆ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਵਿੱਚ ਉਹ ਸੇਵਕ ਬਣ ਕੇ ਸੇਵਾ ਕਰਦੇ ਆ ਤੇ ਅਸੀਂ ਆਮ ਰਵਾਇਤ ਦੇ ਵਿੱਚ 13 ਸਾਲ ਕਹਿੰਦੇ ਆ। 12 ਸਾਲ 9 ਮਹੀਨੇ ਤੇ 17 ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਜੋਤ ਦਾ ਪ੍ਰਕਾਸ਼ ਖਡੂਰ ਸਾਹਿਬ ਦੀ ਧਰਤੀ ਤੇ ਵੰਡਦੇ ਨੇ ਤੇ ਲਗਭਗ 3 ਕੁ ਮਹੀਨੇ ਦੀ ਇੱਕ ਗੁਰਮਤਿ ਪ੍ਰਚਾਰ ਫੇਰੀ ਆ ਦੁਆਬੇ ਅਤੇ ਮਾਲਵੇ ਦੀ, ਜਿਸ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਾਂਦੇ ਨੇ। ਬਾਕੀ ਲਗਭਗ ਸਾਰਾ ਹੀ ਸਮਾਂ ਉਹ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਉਹਨਾਂ ਨੇ ਗੁਰਮਤਿ ਦੇ ਕਾਰਜ ਕੀਤੇ। ਜੇ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਦੂਸਰੇ ਨਾਨਕ ਗੁਰੂ ਅੰਗਦ ਦੇਵ ਜੀ ਦੇ ਜੀਵਨ ਨੂੰ ਦੇਖਦੇ ਹਾਂ ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 2 ਅਹਿਮ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਜਿਨ੍ਹਾਂ ਤੋਂ ਸਮੇਂ ਦੀਆਂ ਸਰਕਾਰਾਂ ਵੀ ਭਗੌੜੀਆਂ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਿਸ ਸਥਾਨ ਤੇ ਆਪਾਂ ਬੈਠੇ ਹਾਂ, ਮੱਲ ਅਖਾੜਾ ਸਾਹਿਬ ਦੇ ਪਾਵਨ ਸਥਾਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਿਹਤ ਅਤੇ ਸਿੱਖਿਆ ਇਹ ਦੋਵੇਂ ਕਾਰਜ ਆਪਣੇ ਹੱਥ 'ਚ ਲਏ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਸਵੇਰ ਦੇ ਵਕਤ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਗੁਰਮੁਖੀ ਪੜ੍ਹਾਉਂਦੇ ਸੀ ਤੇ ਸ਼ਾਮ ਦੇ ਸਮੇਂ ਉਹਨਾਂ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਸੀ। ਤਨ ਮਨ ਥੀਵੇ ਹਰਿਆ ਦੇ ਸਿਧਾਂਤ ਨੂੰ ਉਜਾਗਰ ਕਰਦੇ ਸੀ। ਮਾਤਾ ਖੀਵੀ ਜੀ ਉਹਨਾਂ ਬੱਚਿਆਂ ਦੇ ਲਈ ਦੇਸੀ ਘਿਓ ਵਾਲੀ ਖੀਰ ਬਣਾਉਂਦੇ ਸੀ। ਇਹ ਸਥਾਨ ਸਿੱਖ ਰਾਜਨੀਤੀ ਦੇ ਵਿੱਚ ਵੀ ਬਹੁਤ ਅਹਿਮੀਅਤ ਰੱਖਦਾ ਏ। ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਹਮਾਯੂੰ ਸ਼ੇਰਸ਼ਾਹ ਸੂਰੀ ਕੋ ਹਾਰ ਖਾ ਕੇ ਭੱਜਿਆ ਜਾਂਦਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਆਇਆ ਸੀ। ਸਾਡੇ ਇਤਿਹਾਸ ਦੇ ਸਰੋਤਾਂ 'ਚੋਂ ਲਿਖਿਆ ਮਿਲਦਾ, ਮਹਿਮਾ ਪ੍ਰਕਾਸ਼ ਦੇ ਕਰਤੇ ਨੇ ਵੀ ਲਿਖਿਆ, 2 ਘੜੀ ਗੁਜਰੀ ਸਤਿਗੁਰੂ ਨਹੀਂ ਦੇਖਾ। ਬਾਦਸ਼ਾਹ ਹਮਾਯੂੰ ਗੁਰੂ ਅੰਗਦ ਦੇਵ ਦੇ ਦਰਬਾਰ ਚਾਣ ਕੇ ਪੌਣਾ ਘੰਟਾ ਖਲੋਤਾ ਰਿਹਾ, ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਪੜ੍ਹਾ ਰਹੇ ਸੀ। ਬੱਚਿਆਂ ਤੋਂ ਧਿਆਨ ਉਹਨਾਂ ਦਾ ਪਾਸੇ ਨਹੀਂ। ਮਹਾਰਾਜ ਨੇ ਇੱਥੋਂ 35 ਅੱਖਰੀ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 35 ਅੱਖਰੀ ਦੀ ਪੱਟੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਗੁਰੂ ਅਮਰਦਾਸ ਜੀ ਨੇ ਵੀ ਪਿੱਛੋਂ ਪੱਟੀ ਬਾਣੀ
ਦੀ ਰਚਨਾ ਕੀਤੀ ਹੈ। ਪਰ ਗੁਰੂ ਅੰਗਦ ਦੇਵ ਜੀ ਨੇ ਜਿਸ ਸਥਾਨ ਤੇ ਆਪਾਂ ਖੜੇ ਮੱਲ ਅਖਾੜਾ ਸਾਹਿਬ ਦੇ ਸਥਾਨ ਤੇ ਬੈਠ ਕੇ ਪੰਜਾਬੀ ਦਾ ਬਾਲ ਬੋਧ ਦਾ ਪਹਿਲਾ ਕਾਇਦਾ ਲਿਖਿਆ ਤੇ ਗੁਰਮੁਖੀ ਲਿਪੀ ਦਾ ਜਿਹੜਾ ਮੌਜੂਦਾ ਸ਼ਕਲ ਹੈ, ਜਿੱਥੇ ਸਾਡੀ ਇਹ ਪੱਟੀ ਜਿਹੜੀ ਆ ਆਇੜੇ ਤੋਂ ਸੱਸੇ ਤੋਂ ਸ਼ੁਰੂ ਹੋ ਕੇ ਤੇ ਆਇੜੇ ਤੇ ਖਤਮ ਹੁੰਦੀ ਹੈ, ਪਰ ਅਜੋਕੀ 35 ਦਾ ਰੂਪ ਜਿਹੜਾ ਉਹ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਸਾਹਿਬ ਦੇ ਸਥਾਨ ਤੇ। ਅੱਜ ਆਪਾਂ ਜਿਸ ਸਥਾਨ ਤੇ ਖੜੇ ਹਾਂ ਮੱਲ ਅਖਾੜਾ ਜੋ ਇੱਥੇ ਕੁਸ਼ਤੀਆਂ ਢੋਲ ਕੁਸ਼ਤੀਆਂ ਵੀ ਦੇ ਰਹੀ, ਇਸ ਸੰਬੰਧੀ ਜਾਣਕਾਰੀ ਦਿਓ। ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਲਕਾਂ ਦੀਆਂ ਕੁਸ਼ਤੀਆਂ ਕਰਾਉਂਦੇ ਸੀ। ਇਹ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵੱਲੋਂ ਇਸ ਸਥਾਨ ਦੀ ਜਿਹੜੀ ਕਾਰ ਸੇਵਾ ਕਰਾਈ ਜਾ ਰਹੀ ਹੈ। ਇਹ ਪਹਿਲਵਾਨਾਂ ਦੇ ਲਈ ਜਿਹੜਾ ਅਸੀਂ ਉਹ ਪਰੰਪਰਾਗਤ ਜਿਹੜਾ ਸਾਡਾ ਮਿੱਟੀ ਦੀ ਕੁਸ਼ਤੀ ਦਾ ਸੀ ਉਹ ਅਸੀਂ ਪ੍ਰਬੰਧ ਕੀਤਾ। ਇਸ ਦੀ ਉੱਪਰਲੀ ਛੱਤ ਦੇ ਉੱਪਰ ਪਹਿਲਵਾਨਾਂ ਲਈ ਗੱਦੇ ਵਾਲੀਆਂ ਕੁਸ਼ਤੀ ਦਾ ਵੀ ਅੱਗੇ ਆਉਣ ਵਾਲੇ ਸਮੇਂ 'ਚ ਪ੍ਰਬੰਧ ਕਰਨ ਦੀ ਜਿਹੜੀ ਆ ਉਹ ਸਾਡੀ ਵਿਚਾਰ ਹੈ। ਪਰ ਅਸੀਂ ਜ਼ਮੀਨ ਨਾਲ ਜੁੜੇ ਹੋਣ ਕਰਕੇ ਜਿਹੜੀ ਚੀਜ਼ ਨੂੰ ਜਿਹੜਾ ਮੱਲ ਅਖਾੜਾ ਸਾਹਿਬ ਸਥਾਨ ਹੈ, ਪਹਿਲਵਾਨ ਜਿਹੜੇ ਆ ਉਹ ਕਿਤੇ ਦੇਸ਼ਾਂ ਵਿਦੇਸ਼ਾਂ ਜਾਂ ਪੰਜਾਬ ਵਿੱਚ ਕੁਸ਼ਤੀਆਂ ਲੜ ਰਹੇ। ਇਸ ਅਖਾੜੇ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਆਰਟੀਕਲ ਅਖਬਾਰ ਦੇ ਵਿੱਚ ਲਿਖਿਆ ਸੀ, ਉਸ ਦੇ ਵਿੱਚ ਅਸੀਂ ਪੂਰਾ ਉਹਦਾ ਜ਼ਿਕਰ ਕੀਤਾ ਸੀ। ਕੋਈ 28 ਕੁ ਪਹਿਲਵਾਨ ਆ ਜਿਹੜੇ ਇਸ ਅਖਾੜੇ ਦੇ ਵਿੱਚ ਬਚਪਨ ਤੋਂ ਉਹਨਾਂ ਨੇ ਮਿਹਨਤ ਕਰਨੀ ਸ਼ੁਰੂ ਕੀਤੀ, ਜਿਹੜੇ ਆਰਮੀ ਦੇ ਵਿੱਚ ਤੇ ਹੋਰ ਥਾਵਾਂ ਤੇ ਨੌਕਰੀ ਕਰ ਰਹੇ ਆ ਤੇ ਬਹੁਤ ਸਾਰੇ ਪਹਿਲਵਾਨ। ਇਹਨਾਂ ਪਹਿਲਵਾਨਾਂ ਦੇ ਵਿੱਚੋਂ ਜਦੋਂ ਕਿ ਮੈਂ ਇੱਕ ਨਾਮਵਾਰ ਪਹਿਲਵਾਨ ਜੱਸਾ ਪੱਟੀ ਹੈ ਜਿਹੜਾ ਸਿਰ ਦੇ ਉੱਪਰ ਕੇਸ ਰੱਖ ਕੇ ਆ, ਉਸ ਪਹਿਲਵਾਨ ਨੂੰ ਮੈਂ ਬਹੁਤ ਵਾਰ ਇਸ ਸਥਾਨ ਤੇ ਵੇਖਿਆ। ਸ਼ਾਇਦ ਅੱਜ ਵੀ ਸ਼ਾਮ ਦੇ ਸਮੇਂ ਜਿਹੜਾ ਕੁਸ਼ਤੀ ਦੰਗਲ ਹੋਣਾ ਉਹਦੇ ਵਿੱਚ ਆਵੇ, ਪਰ ਉਸ ਪਹਿਲਵਾਨ ਦੀ ਮੈਂ ਇੱਕ ਗੱਲ ਕਰਦਾ, ਉਹ ਗੁਰੂ ਅੰਗਦ ਦੇਵ ਦੇ ਸਥਾਨ ਤੇ ਗਾਹੇ ਬਗਾਹੇ ਆਉਂਦਾ ਜਾਂਦਾ, ਬਹੁਤ ਪਿਆਰ ਚ ਆਉਂਦਾ। ਉਹਨੇ ਆਣ ਕੇ ਲੋੜ ਸ਼ਾਮ ਨੂੰ ਕੁਸ਼ਤੀਆਂ ਵੀ ਹੋਣਗੀਆਂ। ਕਿੰਨੇ ਵਜੇ ਦਾ ਟਾਈਮ? ਉਹ ਲਗਭਗ ਦੀਵਾਨ ਦੀ ਜਿਹੜੀ ਸਾਡੇ ਦੀ ਸਮਾਪਤੀ ਤੋਂ ਜਸਟ ਬਾਅਦ ਅਸੀਂ ਜਿੰਨਾ ਕੁ ਦੀਵਾਨ ਦੇ ਕਿਸੇ ਵੇਲੇ ਅੱਗੇ ਪਿੱਛੇ ਹੋ ਸਕਦਾ ਥੋੜਾ ਜ਼ਿਲ੍ਹੇ ਲੈਵਲ ਦੇ ਪਹਿਲਵਾਨ ਆ ਰਹੇ ਆ ਜਾਂ ਪੰਜਾਬ ਲੈਵਲ ਦੇ? ਇੱਥੇ ਪਹਿਲਵਾਨ ਜਿਹੜੇ ਆ ਨਾ ਪੁਰਾਣੇ ਸਮੇਂ ਤੋਂ ਸਾਡੀ ਇੱਕ ਰਵਾਇਤ ਬਣੀ ਆ, ਬਿਨਾਂ ਸੱਦਿਆਂ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੱਕ ਦੇ ਪਹਿਲਵਾਨ ਆਣ ਕੇ ਇਸ ਅਖਾੜੇ 'ਚ ਨਤਮਸਤਕ ਹੁੰਦੇ ਆ ਕਿ ਜੇ ਅਸੀਂ ਕਲਯੁਗ ਦੇ ਅਨੁਸਾਰ ਗੱਲ ਕਰਦੇ ਹਾਂ, ਜਦੋਂ ਅਸੀਂ ਯੁਗਾਵਲੀ ਦੀ ਕਰਦੇ ਹਾਂ ਸਤਯੁਗ ਦੁਆਪਰ ਤੇ ਤ੍ਰੇਤੇ ਦੀ, ਪਰ ਕਲਯੁਗ ਅਨੁਸਾਰ ਜਿਹੜੀ ਆ ਨਾ ਇਸ ਯੁਗਾਵਲੀ ਅਨੁਸਾਰ ਇਸ ਖਡੂਰ ਸਾਹਿਬ ਇੱਕ ਉਹ ਸਥਾਨ ਹੈ ਜਿੱਥੋਂ ਖੇਡਾਂ ਬਾਰੇ ਜਿਹੜੀ ਆ ਨਾ ਸੋਚ ਗੁਰੂ ਅੰਗਦ ਦੇਵ ਜੀ ਦੀ ਸਾਰੇ ਸੰਸਾਰ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਭਾਈ ਸਾਹਿਬ ਨੇ ਜੋ ਅੱਜ ਇੱਥੋਂ ਦੇ ਮੱਲ ਅਖਾੜੇ ਬਾਰੇ ਤੇ ਸਿੱਖਿਆ ਬਾਰੇ ਵਿਚਾਰ ਦੱਸੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 35 ਅੱਖਰੀ ਇੱਥੋਂ ਲਿਪੀ ਦਾ ਉਚਾਰਨ ਕੀਤਾ। ਉਹ ਅੱਜ ਦੇ ਯੁੱਗ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਬੱਚਿਆਂ ਨੂੰ ਹਿੰਦੀ ਪੜ੍ਹਾਈ ਜਾ ਰਹੀ ਆ ਔਰ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਾ ਰਹੀ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਸਮੇਂ ਦੀ ਸਰਕਾਰ ਨੇ ਹਰ ਜਿਹੜੀ ਵੀ ਸਰਕਾਰ ਕਦੇ ਵੀ ਆਈ ਆ, ਉਹ ਸਰਕਾਰ ਨੇ ਸਮੇਂ ਅਨੁਸਾਰ ਤੁਹਾਡੇ ਤੇ ਕਿਸੇ ਨੇ ਕਿਸੇ ਤਰੀਕੇ ਨਾਲ ਹਮਲਾ ਕਰਨ ਦਾ ਯਤਨ ਕੀਤਾ। ਜੇ ਆਪਾਂ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਰੇ ਹੀ ਗੁਰੂ ਸਾਹਿਬ ਜਿੰਨੇ ਹੋਏ ਕ੍ਰਾਂਤੀਕਾਰੀ ਹੋਏ, ਉਹਨਾਂ ਕੋਈ ਨਾ ਕੋਈ ਵੱਖਰੀ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ। ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਲੜਾਈਆਂ ਲੋਕਾਂ ਦੀਆਂ ਹਥਿਆਰਾਂ ਦੇ ਨਾਲ ਹੁੰਦੀਆਂ ਸੀ, ਮੇਰੇ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਸ਼ਬਦ ਦੀ ਲੜਾਈ ਲੜੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੱਲ ਅਖਾੜੇ ਜਿੱਥੇ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ। ਜੇ ਮੈਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੀ ਗੱਲ ਕਰਾਂ, ਜੇ ਉਸ ਵੇਲੇ ਦੀ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਡਾ ਦਵਾ ਦਾ ਤੋਸ਼ਾਖਾਨਾ ਹਸਪਤਾਲ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਬਣਾਇਆ ਸੀ। ਇਹ ਬੇਨਤੀ ਇਹ ਹੈ ਜੀ, ਜਿਹੜੀ ਗੱਲ ਮੈਂ ਕਰਨ ਲੱਗਾ ਪੰਜਾਬੀ ਦੀ, ਪੰਜਾਬੀ ਇੱਕ ਐਸੀ ਲਿਪੀ ਹੈ ਜਿਸ ਨੂੰ ਗੁਰੂ ਸਾਹਿਬਾਨਾਂ ਨੇ ਲਾਗੂ ਕੀਤਾ, ਪਰ ਸਮੇਂ ਅਨੁਸਾਰ ਕੁਝ ਸਾਡੀਆਂ ਵੀ ਗਲਤੀਆਂ, ਜੇ ਸਰਕਾਰਾਂ ਦੀ ਅਸੀਂ ਗਲਤੀਆਂ ਨਹੀਂ ਕਰ ਸਕਦੇ, ਸਾਡੀਆਂ ਗਲਤੀਆਂ ਵੀ ਹੈ। ਅਸੀਂ ਬੱਚਾ ਦੇਖਦੇ ਆ ਕਨਵੈਂਟ ਸਕੂਲ 'ਚ ਪੜ੍ਹਾਉਣਾ ਜਾਂ ਵੱਡੇ ਸਕੂਲ 'ਚ ਪੜ੍ਹਾਉਣਾ, ਇਹ ਨਹੀਂ ਦੇਖਦੇ ਕਿ ਕੱਲ੍ਹ ਜੇ ਸਾਡਾ ਬੱਚਾ ਗੁਰਮੁਖੀ ਨਾਲੋਂ ਟੁੱਟਦਾ ਹੈ, ਉਹ ਗੁਰੂ ਤੇ ਗੁਰੂ ਇਤਿਹਾਸ ਨਾਲੋਂ ਵੀ ਦੂਰ ਹੋ ਜਾਏਗਾ। ਠੀਕ ਹੈ ਜੀ। ਸਮੇਂ ਅਨੁਸਾਰ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ, ਕਿਸੇ ਨਾ ਕਿਸੇ ਤਰੀਕੇ, ਕੋਈ ਡਾਇਰੈਕਟ ਤਰੀਕੇ ਨਾਲ ਹਮਲਾ, ਕੋਈ ਇਨਡਾਇਰੈਕਟ ਤਰੀਕੇ ਨਾਲ ਹਮਲਾ। ਇਹ ਸਿੱਧਾ ਸਾਡੀ ਬੋਲੀ ਤੇ ਸਾਡੀ ਲਿਪੀ ਤੇ ਹਮਲਾ। ਅੱਜ ਕੱਲ੍ਹ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੇਧ ਦੇਣਾ ਚਾਹੁੰਦੇ? ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਸਾਡਾ ਜੋ ਵਿਰਾਸਤ ਹੈ, ਸਾਡਾ ਸੱਭਿਆਚਾਰ ਹੈ, ਉਹ ਬੜਾ ਵਡਮੁੱਲਾ ਹੈ। ਜਿਹੜਾ ਸੰਸਾਰ 'ਤੇ ਸਾਡੇ ਸਾਹਮਣੇ ਸੱਭਿਆਚਾਰ ਪਰੋਸਿਆ ਜਾਂਦਾ, ਸਾਡਾ ਸੱਭਿਆਚਾਰ ਨਹੀਂ, ਸਾਡਾ ਸੱਭਿਆਚਾਰ ਹੈ ਜੋ ਸ਼ਹੀਦੀਆਂ ਸਾਨੂੰ ਗੁਰੂ ਸਾਹਿਬਾਨ ਨੇ ਕਰਨ ਵਾਸਤੇ ਹੁਕਮ ਦਿੱਤਾ, ਸਿੱਖਿਆਵਾਂ ਦਿੱਤੀਆਂ। ਅਸੀਂ ਉਸ ਸੱਭਿਆਚਾਰ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ। ਜਦੋਂ ਉਸ ਸੱਭਿਆਚਾਰ ਨੂੰ ਅਸੀਂ ਆਪਣੇ ਜੀਵਨ ਤੇ ਲਾਗੂ ਕਰਾਂਗੇ ਨਾ, ਅਸੀਂ ਅੰਮ੍ਰਿਤਧਾਰੀ ਹੋਵਾਂਗੇ, ਗੁਰੂ ਵਾਲੇ ਬਣਾਂਗੇ ਤੇ ਨਸ਼ਿਆਂ ਤੋਂ ਅਸੀਂ ਆਪਣੇ ਆਪ ਦੂਰ ਹੋ ਜਾਵਾਂਗੇ।
ਮੈਂ ਬੇਨਤੀ ਤਾਂ ਹੀ ਸਾਰੇ ਵੀਰਾਂ ਨੂੰ ਕਰਨੀ ਚਾਹੁੰਦਾ ਕਿ ਦੇਖੋ ਆਪਣੀ ਜੜ੍ਹ ਦੇ ਨਾਲ ਜੁੜੇ ਰਹੀਏ। ਜਿੰਨੀ ਦੇਰ ਜਿਹੜਾ ਦਰਖਤ ਜੜ੍ਹ ਦੇ ਨਾਲ ਜੁੜਿਆ ਰਹਿੰਦਾ ਉਹ ਹਰਾ ਰਹਿੰਦਾ, ਜਿਹੜਾ ਜੜ੍ਹ ਦੇ ਨਾਲ ਟੁੱਟ ਜਾਂਦਾ ਉਹ ਦਰਖਤ ਜਿਹੜਾ ਸੁੱਕ ਜਾਂਦਾ ਹੈ। ਆਪਾਂ ਬੇਨਤੀ ਇਹੀ ਹੈ ਕਿ ਸਾਰੇ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੇ, ਨਸ਼ਿਆਂ ਦਾ ਤਿਆਗ ਕਰੀਏ ਤੇ ਵੱਧ ਚੜ੍ਹ ਕੇ ਆਪਣੀ ਕੌਮ ਦੇ, ਆਪਣੀ ਭਾਸ਼ਾ ਦੇ, ਆਪਣੀ ਲਿਪੀ ਦੇ ਮੁਤਾਬਕ ਵਫਾਦਾਰ ਹੋ ਕੇ ਆਪਣੀ ਜ਼ਿੰਦਗੀ ਨੂੰ ਬਸੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਕੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਜੋਤੀ ਦਿਵਸ ਮਨਾਇਆ ਜਾ ਰਿਹਾ ਔਰ ਲੰਗਰਾਂ ਵਿੱਚ ਅਟੁੱਟ ਲੰਗਰ ਵਰਤ ਰਿਹਾ ਹੈ। ਕੀ ਅਰੇਂਜਮੈਂਟ ਕੀਤਾ ਗਿਆ ਜੀ ਲੰਗਰਾਂ ਦੇ ਵਿੱਚ, ਇਸ ਸੰਬੰਧੀ ਜਾਣਕਾਰੀ ਦਿਓ। ਫਤਿਹ। ਸਭ ਤੋਂ ਪਹਿਲਾਂ ਤੇ ਦਾਸ ਸਿੱਖ ਵਿਰਾਸਤ ਚੈਨਲ ਦਾ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ ਵੱਲੋਂ ਗੁਰਦੁਆਰਾ ਸ੍ਰੀ ਮੱਲਖੜਾ ਸਾਹਿਬ ਜੀ ਦੀ ਸਮੂਹ ਮੈਨੇਜਮੈਂਟ ਵੱਲੋਂ ਆਪ ਜੀ ਦਾ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆ ਕਰਕੇ ਸਤਿਗੁਰਾਂ ਨੂੰ ਨਤਮਸਤਕ ਹੋ ਕਰਕੇ ਤੇ ਆਪ ਜੀ ਨੇ ਬੜੇ ਚੰਗੇ ਤਰੀਕੇ ਦੇ ਨਾਲ ਇੱਥੋਂ ਦੀ ਪੇਸ਼ਕਸ਼ ਜਿਹੜੀ ਹੈ ਉਹ ਸਿੱਖ ਸੰਗਤਾਂ ਦੇ ਵਿੱਚ ਹਾਜ਼ਰ ਕੀਤੀ ਹੈ ਜੀ। 47 ਸਾਲ 11 ਮਹੀਨੇ ਤੇ 13 ਦਿਨ ਮੇਰੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਬਾਬਾ ਫੇਰੂਮਲ ਜੀ ਦੇ ਪੁੱਤਰ ਅਤੇ ਮਾਤਾ ਸਭਰਾਈ ਜੀ ਦੇ ਅੱਖਾਂ ਦੇ ਤਾਰੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ 47 ਸਾਲ 11 ਮਹੀਨੇ ਤੇ 13 ਦਿਨ ਦੇ ਉਮਰ ਸਰੀਰਕ ਤੌਰ ਤੇ ਸਤਿਗੁਰੂ ਪਾਤਸ਼ਾਹ ਜੀ ਇਸ ਜਹਾਨ ਤੋਂ ਅਲਵਿਦਾ ਕਹਿ ਜਾਂਦੇ ਨੇ ਇਸੇ ਪਾਵਨ ਸਥਾਨ ਤੇ। ਇਹ ਜੀ ਬੜਾ ਪਵਿੱਤਰ ਸਥਾਨ ਵਾ। ਮਹਾਰਾਜ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇੱਥੇ ਗੁਰਮੁਖੀ ਲਿਪੀ ਵੀ ਜਿਹੜੀ ਆਰੰਭ ਕੀਤੀ, ਮੱਲ ਅਖਾੜਾ ਸਾਹਿਬ ਵੀ ਰਚਿਆ, ਕੁਸ਼ਤੀਆਂ ਵੀ ਮਹਾਰਾਜ ਨੇ ਪ੍ਰਚਲਿਤ ਕੀਤੀਆਂ। ਇਸੇ ਤਰੀਕੇ ਦੇ ਨਾਲ ਹਮਾਯੂ ਬਾਦਸ਼ਾਹ ਜਦੋਂ ਆਇਆ ਸੀ ਤੇ ਉਦੋਂ ਹਮਾਯੂ ਬਾਦਸ਼ਾਹ ਨੇ ਵੀ ਇੱਥੇ ਆ ਕੇ ਮਹਾਰਾਜ ਤੇ ਤਲਵਾਰ ਚੱਕੀ ਸੀਗੀ ਜੀ। ਦੂਜੀ ਗੱਲ ਜੀ, ਇਹ ਜਿਹੜਾ ਹਰ ਸਾਲ ਸਮਾਗਮ ਮਨਾਇਆ ਜਾਂਦਾ ਹੈ ਤੇ ਬੜੇ ਚੰਗੇ ਤਰੀਕੇ ਦੇ ਨਾਲ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਹੁਣੀ ਵੀ ਪਹੁੰਚ ਰਹੇ ਆ ਤੇ ਦੂਰੋਂ ਦਰਾਡੇ ਜਿੱਥੇ ਵੀ ਸੱਦੇ ਹੋਏ ਆ ਤੇ ਇਸ ਸਥਾਨ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵੱਲੋਂ ਚਲਾਈ ਹੋਈ ਰੀਤੀ ਨੂੰ ਪ੍ਰਚੰਡ ਕਰਨ ਦੇ ਲਈ ਬਾਬਾ ਗੱਜਣ ਸਿੰਘ ਜੀ ਨੇ ਚੇਤ ਮਹੀਨੇ ਨੂੰ ਆ ਜਿਹੜਾ ਪਿਛਲਾ ਚੇਤ ਲੰਘਿਆ ਵਾ ਵਾਹਿਗੁਰੂ ਪੋਹ ਦੀ ਸੰਗਰਾਂਦ, ਜਿਹੜਾ ਪਿਛਲੇ ਸਾਲ 2020 ਦੇ ਵਿੱਚ ਪੋਹ ਦੀ ਸੰਗਰਾਂਦ ਜਿਹੜੀ ਲੰਘੀ ਆ ਜੀ, ਉਦੋਂ ਮਹਾਂਪੁਰਖਾਂ ਨੇ ਇੱਥੇ ਮਹਾਰਾਜ ਵੱਲੋਂ ਚਲਾਈ ਹੋਈ ਉਸ ਰੀਤੀ ਨੂੰ ਹੋਰ ਪ੍ਰਚੰਡ ਕਰਕੇ ਤੇ ਮਹਾਂਪੁਰਖਾਂ ਨੇ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਗੁਰਮਤਿ ਵਿਦਿਆਲਾ ਚਲਾਇਆ। ਗੱਤਕੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਆ ਜੀ, ਦਸਮ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵੀ ਦਿੱਤੀ ਜਾਂਦੀ ਆ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਤੇ ਹੋਰ ਵੀ ਗੁਰਸਿੱਖਾਂ ਨੂੰ ਹੱਥੀਂ ਲਿਖਣਾ, ਗੁਰਬਾਣੀ ਦੇ ਲਫ਼ਜ਼, ਉਹ ਸਾਰਾ ਕੁਝ ਸਿਖਾਇਆ ਜਾਂਦਾ ਤੇ ਅੱਜ ਜਿਹੜਾ ਆ ਉਹ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਜੀ। ਤੇ ਅਸੀਂ ਇਸ ਸਥਾਨ ਵੱਲੋਂ ਵਿਦਿਆਰਥੀ ਹੋਣ ਦੇ ਨਾਤੇ ਇਸ ਸਥਾਨ ਤੇ ਸਾਡੇ ਉਸਤਾਦ ਜੀ ਬਾਬਾ ਧਰਮ ਸਿੰਘ ਜੀ, ਜਿਨ੍ਹਾਂ ਨੇ 12 ਸਾਲ ਦਮਦਮੀ ਟਕਸਾਲ ਵਿੱਚ ਮਹਿਤੇ ਵਿਖੇ ਰਹਿ ਕਰਕੇ ਵਿੱਦਿਆ ਜਿਹੜੀ ਆ ਉਹ ਵਿਦਿਆਰਥੀ ਸਿੰਘਾਂ ਨੂੰ ਪੜ੍ਹਾਈ ਤੇ ਉਹ ਹੁਣ ਇਸ ਸਥਾਨ ਤੇ ਗੁਰਮਤਿ ਦੀ ਵਿੱਦਿਆ ਦਿੰਦੇ ਆ। ਨਾਲੇ ਇਸ ਸਥਾਨ ਦੇ ਉਹ ਹੈੱਡ ਗ੍ਰੰਥੀ ਵੀ ਹੈਗੇ ਹਨ ਤੇ ਉਹ ਬਾਬਾ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਮਹੰਤ ਤਰਲੋਚਨ ਸਿੰਘ ਜੀ, ਉਹ ਇਸ ਵੇਲੇ ਕਥਾ ਕਰ ਰਹੇ ਆ, ਉਹ ਉਹਨਾਂ ਦੇ ਪਿਤਾ ਜੀ ਆ ਜੀ ਤੇ ਉਹ ਤਰਨਾ ਦਲ ਦੇ ਹੈੱਡ ਗ੍ਰੰਥੀ ਨੇ ਜੀ, ਤਰਨਾ ਦਲ ਦੇ। ਤੇ ਇਸ ਸਥਾਨ ਦੀ ਇਹ ਸਤਿਗੁਰੂ ਪਾਤਸ਼ਾਹ ਨੇ ਰੀਤ ਤੁਰੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਸਰ ਬੋਲ। ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਗੁਰਮੁਖੀ ਲਿਪੀ ਦੇ ਨਾਲ ਸਿੱਖਾਂ ਨੂੰ ਜੋੜਿਆ, ਉੱਥੇ ਨਾਲ ਉਹਨਾਂ ਨੇ ਕੁਸ਼ਤੀਆਂ ਕਰਵਾ ਕੇ ਜਿਸ ਅਸਥਾਨ ਤੇ ਅੱਜ ਆਪਾਂ ਸਾਰੇ ਹਾਜ਼ਰ ਹਾਂ, ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਕੁਸ਼ਤੀਆਂ ਕਰਵਾਈਆਂ ਔਰ ਨਰੋਈ ਸਿਹਤ ਦੇ ਵਾਸਤੇ ਇਹ ਜ਼ਰੂਰੀ ਸੀ। ਸੋ ਇਹੋ ਹੀ ਕਹਿਣਾ ਚਾਹੁੰਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਮੱਲ ਅਖਾੜੇ ਦੀ ਜੋ ਪਵਿੱਤਰ ਮਿੱਟੀ ਹੈ ਉਹਨੂੰ ਆਪਣੇ ਮਸਤਕ ਨਾਲ ਲਾਉਂਦਿਆਂ ਹੋਇਆਂ ਜੋ ਵੀ ਇਸ ਸਥਾਨ ਤੇ ਆਵੇ ਉਹ ਚੜ੍ਹਦੀਆਂ ਕਲਾ ਵਿੱਚ ਜਾਊਗਾ। ਜੋ ਮੱਲ ਅਖਾੜੇ ਦੀ ਧਰਤੀ ਤੇ ਆ ਕੇ ਨਮਸਕਾਰ ਕਰੂਗਾ, ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਨੂੰ ਵੱਡੀਆਂ ਬਰਕਤਾਂ ਬਖਸ਼ਿਸ਼ ਕਰਨਗੇ। ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਜੀ? ਨੌਜਵਾਨ ਪੀੜ੍ਹੀ ਗੁਰਬਾਣੀ ਨਾਲ ਜੁੜੇ, ਕੁਸ਼ਤੀਆਂ ਕਰੇ, ਨਿਰੋਗ ਰਹੇਗੀ। ਇਹੋ ਹੀ ਸਭ ਤੋਂ ਵੱਡੀ ਬੇਨਤੀ ਹੈ। ਨੌਜਵਾਨ ਪੀੜ੍ਹੀ ਮੋਬਾਈਲਾਂ ਦਾ ਖਿਆਲ ਛੱਡੇ, ਮਿਹਨਤ ਕਰੇ। ਮਿਹਨਤ ਦੇ ਨਾਲ ਮਨੁੱਖ ਜਿਹੜਾ ਉਹ ਉਚਾਈਆਂ ਵੱਲ ਛੂੰਹਦਾ ਹੈ, ਚੋਟੀ ਤੇ ਪਹੁੰਚਦਾ ਹੈ। ਜਿਵੇਂ ਕਰਤਾਰ ਪਹਿਲਵਾਨ ਚੋਟੀ ਤੇ ਪਹੁੰਚਿਆ ਮਾਝੇ ਦਾ, ਸੋ ਇਸੇ ਤਰ੍ਹਾਂ ਗੁਰਮੁਖੋ ਜਿਹੜੇ ਵੀ
ਅੱਜ ਕੁਸ਼ਤੀ ਘੁਲਣ ਵਾਸਤੇ ਆਏ ਹਨ ਮੱਲ ਅਖਾੜਾ ਗੁਰਦੁਆਰਾ ਸਾਹਿਬ ਵਿਖੇ ਖਡੂਰ ਸਾਹਿਬ ਦੀ ਧਰਤੀ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੋਤੀ ਦਿਹਾੜੇ ਦੇ ਉੱਤੇ ਜੋ ਸਤਿਕਾਰਯੋਗ ਬਾਬਾ ਗਜਨ ਸਿੰਘ ਸਾਹਿਬ ਜੀ ਮੁਖੀ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਵਾਲੇ ਇਹ ਹੁਣ ਦੇਖ ਰੇਖ ਹੇਠ ਕੁਸ਼ਤੀਆਂ ਕਰਵਾ ਰਹੇ ਹਨ। ਸੋ ਗੁਰਮੁਖੋ ਚੜ੍ਹਦੀ ਕਲਾ ਮਹਾਰਾਜ ਤੁਹਾਨੂੰ ਰੱਖਣਗੇ। ਸੋ ਬਾਬਾ ਗਜਨ ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਲਈ ਜਕਾਰਾ ਲਾਈਏ ਜੀ। ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ। ਸਾਰੇ ਜਾਵੇ ਨਿਹਾਲ ਹੋਏ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਤੇ ਫਤਿਹ ਪੰਥ ਕੀ ਜੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਬਾਬਾ ਜੀ ਅੱਜ ਮੱਲ ਅਖਾੜਾ ਗੁਰਦੁਆਰਾ ਸਾਹਿਬ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਇਸ ਸੰਬੰਧੀ ਕੋਈ ਜਾਣਕਾਰੀ ਦਿਓ ਜੀ ਸਾਨੂੰ। ਖੜੋਚੀ ਬਾਬਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜੋਤੀ ਜੋਤ ਸਮਾਗਮ ਪੁਰਬ ਤੇ ਇਕੱਤਰ ਹੋਈਆਂ ਸਮੂਹ ਸੰਗਤਾਂ ਨੂੰ ਇਕੱਤਰ ਹੋ ਕਰਕੇ ਅੱਜ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਨੇ ਇਹ ਖਡੂਰ ਸਾਹਿਬ ਦੀ ਧਰਤੀ ਤੋਂ ਇਹ ਜਿਸਮਾਨੀ ਤਾਕਤ, ਜਿਸ ਤਰ੍ਹਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਰੂਹਾਨੀ ਤਾਕਤ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਿਸਮਾਨੀ ਤਾਕਤ ਬਖਸ਼ੀ, ਨਾਲ ਨਾਲ ਆਪਣੇ ਸਿੱਖਾਂ ਨੂੰ। ਸੋ ਇਹ ਮੱਲ ਅਖਾੜਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਇੱਥੇ ਛੋਟੇ ਛੋਟੇ ਬੱਚਿਆਂ ਦੀਆਂ ਕੁਸ਼ਤੀਆਂ ਕਰਾਈਆਂ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਜਿਸਮਾਨੀ ਤਾਕਤ ਵੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਰੂਹਾਨੀ ਤਾਕਤ ਦੀ ਬੜੀ ਭਾਰੀ ਲੋੜ ਹੈ, ਇਸੇ ਤਰ੍ਹਾਂ ਗੁਰੂ ਤੇ ਸਿੱਖ ਨੂੰ ਜਿਸਮਾਨੀ ਤਾਕਤ ਦੀ ਵੀ ਲੋੜ ਹੈ। ਸੋ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੁਰਦੁਆਰਾ ਮੱਲ ਅਖਾੜਾ ਸਾਹਿਬ ਜਿਹੜਾ ਮੱਲਾਂ ਨੂੰ ਇੱਥੇ ਕੁਸ਼ਤੀਆਂ ਕਰਾਉਣੀਆਂ, ਜਿਵੇਂ ਅੰਮ੍ਰਿਤ ਖੀਰ ਪਿਆਲੀ, ਐਸੀ ਮਹਾਰਾਜ ਨੇ ਤਾਕਤਵਰ ਚੀਜ਼ਾਂ ਛਕਾਉਣੀਆਂ ਤੇ ਨਾਲ ਨਾਲ ਬੱਚਿਆਂ ਨੂੰ ਤਾਕਤ ਬਖਸ਼ਣ ਵਾਸਤੇ ਤੇ ਜਿਸਮਾਨੀ ਤਾਕਤ ਵਧਾਉਣ ਵਾਸਤੇ ਮੱਲਾਂ ਦਾ ਅਖਾੜਾ ਰਚਿਆ। ਸੋ ਅੱਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਗਮ ਪੁਰਬ ਹੈ। ਸੋ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਸ਼ਹੀਦਾਂ ਵਾਲੇ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗਜਨ ਸਿੰਘ ਜੀ ਮਹਾਂਪੁਰਖ ਆਪ ਜੀ ਦਰਸ਼ਨ ਕਰ ਰਹੇ ਹੋ। ਮਹਾਂਪੁਰਖ ਆਪਣੀਆਂ ਸੰਗਤਾਂ ਦੇ ਸਮੇਤ ਖਾਲਸੇ ਦੇ ਸਮੇਤ ਪੁੱਜੇ ਹੈ ਤੇ ਹੁਣ ਭਾਈ ਇਹ ਦਲ ਕੋ ਕਿਦੋਂ ਦੀ ਸੇਵਾ ਜੀ ਬਾਬਾ ਜੀ? ਦਲ ਕਿਦੋਂ ਦੀ ਸੇਵਾ ਨਿਭਾ ਰਿਹਾ ਮੱਲ ਅਖਾੜੇ ਦੀ? ਬਾਬਾ ਬਿਸ਼ਨ ਸਿੰਘ ਸਾਹਿਬ ਜੀ ਤੋਂ ਲੈ ਕਰਕੇ 12ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮਹਾਂਪੁਰਖ ਬ੍ਰਹਮ ਗਿਆਨੀ, ਇਹਨਾਂ ਮਹਾਂਪੁਰਖਾਂ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਦੀ ਕਾਰ ਸੇਵਾ ਤੇ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਸ਼ਹੀਦਾਂ ਵਾਲੇ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਤੋਂ ਬਾਅਦ ਬਾਬਾ ਕੀਰਤਨ ਸਿੰਘ ਸਾਹਿਬ ਜੀ ਮਹਾਂਪੁਰਖ, ਉਹਨਾਂ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਮੱਖਣ ਸਿੰਘ ਸਾਹਿਬ ਜੀ ਮਹਾਂਪੁਰਖ ਔਰ ਹੁਣ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗਜਨ ਸਿੰਘ ਜੀ, ਇਹ ਆਪਣੇ ਸਾਰੇ ਭਾਈ ਦੇਖ ਰੇਖ ਹੇਠ ਇੱਥੋਂ ਦੀ ਸੇਵਾ ਨਿਭਾ ਰਹੇ ਨੇ। ਸੋ ਹੁਣ ਇੱਥੇ ਜਿਹੜਾ ਭਾਈ ਅੱਜ ਵੱਡਾ ਪੁਰਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਮਨਾਇਆ ਜਾ ਰਿਹਾ ਹੈ। ਸੋ ਜੋਤੀ ਜੋਤ ਸਮਾਗਮ ਪੁਰਬ ਤੇ ਹੁਣ ਭਾਈ ਮੱਲਾਂ ਦੀਆਂ ਬੜੀਆਂ ਭਾਰੀ ਕੁਸ਼ਤੀਆਂ ਹੋਣ ਲੱਗੀਆਂ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੇ ਮਰਜ਼ਾਦਾ ਨੂੰ ਉਸੇ ਤਰ੍ਹਾਂ ਬਾਬਾ ਗਜਨ ਸਿੰਘ ਜੀ ਔਰ ਸਮੂਹ ਗੁਰੂ ਦੀਆਂ ਸੰਗਤਾਂ ਮਹਾਨ ਪੁਰਬ ਨੂੰ ਮਨਾ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅੱਜ ਕੱਲ੍ਹ ਨਸ਼ੇ ਦੇ ਦੌਰ ਵਿੱਚ ਨੌਜਵਾਨ ਪੀੜ੍ਹੀ ਗਲਤ ਰਸਤੇ ਜਾ ਰਹੀ ਆ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਤੁਸੀਂ?
ਕੀ ਪ੍ਰੇਰਨਾ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ? ਇਹਨਾਂ ਕਾਹਦੀ ਦੇਣੀ ਆਪਾਂ ਸਰਕਾਰਾਂ ਆਪ ਕਰਾ ਰਹੀਆਂ ਵਾ, ਨਸ਼ੇ ਟਕਾ ਰਹੀਆਂ ਵਾ, ਬੱਚੇ ਮਰਦੇ ਜਾਂਦੇ, ਕੋਈ ਬਾਹਰ ਚਲੇ ਜਾਂਦੇ, ਪੰਜਾਬ ਵਿਹਲਾ ਹੋ ਜਾਣਾ, ਹਿੰਦੁਸਤਾਨ ਵਿਹਲਾ ਹੋ ਜਾਣਾ, ਬਸ ਇੱਥੇ ਕੋਈ ਰਹਿ ਨਹੀਂ ਜਾਣਾ ਤੇ ਬੁੱਢੇ ਜਿਹੜੇ ਮਗਰ ਰਹਿ ਜਾਣੇ ਇਹ ਵੀ ਖਤਮ ਹੋ ਜਾਣੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ।